ਆਮ ਤੌਰ ਤੇ ਕਿਹਾ ਜਾਂਦਾ ਕਿ ਬੰਦੇ ਨੂੰ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ ਜਾਂ ਵੀ ਉਹਦਾ ਪਾਸਾ ਖੜਾ ਹੋ ਗਿਆ। ਕਈ ਲੋਕਾਂ ਦਾ ਤਾਂ ਜੀ, ਬਿਲਕੁਲ ਜੀ। ਪਾਸਾ ਖੜਾ ਹੋ ਜਾਂਦਾ, ਉਹ ਚੱਲਦਾ ਨਹੀਂ। ਕਈ ਲੋਕਾਂ ਨੂੰ ਕਿਹਾ ਜਾਂਦਾ ਕਿ ਉਹ ਛੋਟਾ ਜਿਹਾ ਅਟੈਕ ਹੋਇਆ ਸੀ, ਜ਼ੁਬਾਨ ਤੇ ਫਰਕ ਪੈ ਗਿਆ, ਮੂੰਹ ਥੋੜਾ ਜਿਹਾ ਵਿੰਗਾ ਪੈ ਗਿਆ, ਅੱਖ ਤੇ ਫਰਕ ਪੈ ਗਿਆ। ਤੇ ਜਦੋਂ ਆਪਾਂ ਹਾਰਟ ਅਟੈਕ ਦੀ ਗੱਲ ਕਰਦੇ ਹਾਂ ਤੇ ਉਹਦੇ ਬਾਹਰਲੇ ਜਿਹੜੇ ਕੋਰਨਰੀ ਆਰਟਰੀਜ਼ ਆ ਉਹਦੇ ਚ ਜੈਮ ਹੋਣਾ ਸ਼ੁਰੂ ਹੋ ਜਾਂਦਾ ਤੇ ਹਾਰਟ ਦੇ ਮਸਲ ਨੂੰ ਰਾਸ਼ਨ ਪਾਣੀ ਨਹੀਂ ਅੱਪੜਦਾ। ਮੇਰੀ ਮੁਰਾਦ ਹੈ ਸ਼ੂਗਰ, ਹੋਰ ਆਕਸੀਜਨ, ਤੇ ਹਾਰਟ ਦਾ ਮਸਲ ਹਾਰਟ ਅਟੈਕ 'ਚ ਜਾਂਦਾ। ਹੁਣ ਬ੍ਰੇਨ ਜਿਹੜਾ ਹੈਗਾ ਸਾਡਾ, ਦਿਮਾਗ ਕਹਿ ਲਓ ਜਾਂ ਜੋ ਵੀ ਇਹਦਾ ਨਾਂ ਦੇਣਾ, ਇਹ ਬੜਾ ਸੂਖਸ਼ਮ ਆਰਗਨ ਹੈਗਾ। ਇਹ ਥੋੜਾ ਜਿਹਾ ਜਿੱਦਾਂ ਟੂਥਪੇਸਟ ਹੁੰਦੀ ਹੈ ਉਸ ਤੋਂ ਮਾੜਾ ਜਿਹਾ ਸੰਘਣਾ ਹੁੰਦਾ ਔਰ ਸੋਲਿਡ ਨਹੀਂ ਹੁੰਦਾ ਜਿੱਦਾਂ ਹਾਰਟ ਹੁੰਦਾ, ਲਿਵਰ ਹੁੰਦਾ। ਤੇ ਸਾਡੇ ਬ੍ਰੇਨ ਦੇ ਵਿੱਚ ਕਰੀਬਨ 84 ਬਿਲੀਅਨ ਨਿਊਰੋਨਸ ਹੈਗੇ ਆ। ਜਿੰਨੇ ਸਾਡੇ ਤਾਰੇ ਹੈਗੇ, ਕਹਿ ਸਕਦੇ ਆ ਸਾਡੇ ਮਿਲਕੀ ਵੇ 'ਚ ਉਹਨੇ ਸਾਡੇ ਨਿਊਰੋਨਸ ਹੈਗੇ ਆ। ਹੁਣ ਦੋ ਪ੍ਰਕਾਰ ਦੇ ਸਟ੍ਰੋਕ ਹੁੰਦੇ ਆ। ਇੱਕ ਹੁੰਦਾ ਇਸਚਿਮਿਕ, ਵੀ ਜਿਹੜੀ ਖੂਨ ਦੀ ਨਾੜੀ ਆ ਉਹ ਟਾਈਟ ਹੋ ਗਈ ਜਾਂ ਹੌਲੀ ਹੌਲੀ ਜੰਮ ਗਈ, ਵੀ ਅੰਦਰ ਬਲੱਡ ਨਹੀਂ ਗਿਆ, ਉਹ ਬ੍ਰੇਨ ਦੇ ਹਿੱਸੇ ਨੂੰ ਬਲੱਡ ਨਹੀਂ ਅਪੜਿਆ ਤੇ ਡੈਮੇਜ ਹੋ ਗਿਆ। ਤੇ ਦੂਜਾ ਹੁੰਦਾ ਹੈਮਰੇਜਿਕ। ਹੈਮਰੇਜਿਕ ਮੀਨਸ ਖੂਨ ਦੀ ਨਾੜੀਆਂ ਅੰਦਰੋਂ ਪਾਟ ਗਈ, ਲਹੂ ਵਗ ਗਿਆ। ਸੋ ਕਰੀਬਨ ਆਪਾਂ ਕਹੀਏ ਵੀ 60-65% ਇਸਚਿਮਿਕ ਹੁੰਦਾ ਤੇ ਕਰੀਬਨ 30-35% ਹੁੰਦਾ ਹੈਮਰੇਜਿਕ। ਜਿਹੜੀ ਤੀਜੀ ਗੱਲ ਤੁਸੀਂ ਦੱਸੀ ਵੀ ਕਈਆਂ ਨੂੰ ਨਾ ਕਦੀ ਝੋਲਾ ਜਿਹਾ ਫੀਲ ਹੁੰਦਾ ਵੀ ਅੱਖਾਂ ਜਿਹੜੀ ਬਲਰੀ ਹੋ ਗਈਆਂ, ਥੋੜਾ ਜਿਹਾ ਬੋਂਦਲ ਗਏ, ਉਹਨੂੰ ਕਹਿੰਦੇ ਟ੍ਰਾਂਜ਼ੀਐਂਟ ਇਸਚਿਮਿਕ ਅਟੈਕ, TIA। ਵੀ ਜਿਹੜੀ ਖੂਨ ਦੀ ਨਾੜੀ ਆ ਉਹ ਮਾੜੀ ਜਿਹੀ ਬੰਦ ਹੋ ਕੇ ਫਿਰ ਖੁੱਲ ਗਈ ਤੇ ਇਹ ਪ੍ਰੀਕਰਸਰ ਹੁੰਦਾ ਵੀ ਗਾਂ ਜਾ ਕੇ ਸਟ੍ਰੋਕ ਤੁਹਾਨੂੰ ਹੋਣ ਦੀ ਸੰਭਾਵਨਾ ਵੱਧ ਗਈ। ਔਰ ਇਸ ਵੇਲੇ ਕਰੀਬਨ 8 ਲੱਖ ਵਿਅਕਤੀ ਸਟ੍ਰੋਕ ਦੇ ਸਰਵਾਈਵਰ ਕੈਨੇਡਾ 'ਚ ਮੌਜੂਦ ਆ ਔਰ ਲਗਭਗ 50% ਹੀ ਕਹੀਏ ਬੰਦੇ ਆ, 50% ਜਨਾਨੀਆਂ। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਡਾਕਟਰ ਪ੍ਰਗਟ ਸਿੰਘ ਪੁਰਜੀ ਹੁਣਾਂ ਨਾਲ ਅਸੀਂ ਗੱਲਬਾਤ ਕਰਨੀ ਆ। ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਜਿੱਥੇ ਕੋਵਿਡ-19 ਬਾਰੇ ਗੱਲਬਾਤ ਕਰਨੀ ਆ, ਉੱਥੇ ਜਿਹੜਾ ਅਟੈਕ, ਬ੍ਰੇਨ ਅਟੈਕ ਜਾਂ ਇਹਨੂੰ ਸਟ੍ਰੋਕ ਜਾਂ ਅਧਰੰਗ, ਪਾਸਾ ਖੜਨਾ, ਜ਼ੁਬਾਨ ਖੜਨੀ, ਇਹ ਕੀ ਆ, ਇਹਦੇ ਬਾਰੇ ਅੱਜ ਉਹਨਾਂ ਕੋਲੋਂ ਅਸੀਂ ਜਾਣਕਾਰੀ ਲੈਣੀ ਹੈ। ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਹਨਾਂ ਕੋਲੋਂ ਇਹਨਾਂ ਸਾਰੇ ਗੱਲਾਂ ਬਾਤਾਂ ਬਾਰੇ ਜਾਣਕਾਰੀ ਅਸੀਂ ਲਵਾਂਗੇ। ਉਹਨਾਂ ਨਾਲ ਅਪਡੇਟ ਅਸੀਂ ਅਕਸਰ ਕਰਦੇ ਰਹਿੰਦੇ ਹਾਂ, ਕੋਵਿਡ-19 ਬਾਰੇ, ਵੈਕਸੀਨ ਬਾਰੇ, ਬਾਕੀ ਹਾਲਾਤਾਂ ਬਾਰੇ, ਅਤੇ ਨਾਲ ਅਸੀਂ ਇੱਕ ਅੱਧਾ ਵਿਸ਼ਾ ਜਿਹੜਾ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ। ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਕੋਵਿਡ-19 ਬਾਰੇ ਅਪਡੇਟ ਦਿਓ। ਦਵਾਈਆਂ ਬਾਰੇ ਕੀ ਖਬਰਾਂ ਨੇ ਜੀ? ਜਿਹੜੀ ਮੈਡੀਸਨ ਇਹਦੀ ਕਦੋਂ ਕਾਰ, ਜਿਹੜੀ ਵੈਕਸੀਨ ਕਦੋਂ ਕਾਰ ਰਹੀ ਆ, ਜਾਂ ਇਸ ਵੇਲੇ ਕੀ ਸਥਿਤੀ ਆ ਦੁਨੀਆ 'ਚ? ਵੈਕਸੀਨ ਜਿਹੜੀ ਹੈਗੀ ਆ ਉਹ ਮੋਡਰਨਾ, ਉਹਦੀ ਜਿਹੜੀ ਰਿਵਿਊ ਹੋਈ ਆ, ਪੀਅਰ ਰਿਵਿਊ ਕਹਿੰਦੇ ਆ ਵੀ ਸਾਰੇ ਜਿਹੜੇ ਮਾਹਿਰ ਡਾਕਟਰ ਉਹਨਾਂ ਨੇ ਰਿਵਿਊ ਕਰਕੇ ਕਿਹਾ ਵੀ ਵਧੀਆ ਉਹਦਾ ਚੱਲ ਰਿਹਾ ਸਿਲਸਿਲਾ। ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ 'ਚ ਪ੍ਰਕਾਸ਼ਿਤ ਵੀ ਹੋਈ ਸਟੱਡੀ ਕੱਲ। ਸੋ ਉਹਦੇ ਵਿੱਚ ਜਿਹੜੇ ਪਹਿਲੇ ਮੁੱਢਲੇ ਫੇਜ਼ 1 ਦੇ ਵਿਅਕਤੀ ਸੀ 45, ਉਹਦੇ ਵਿੱਚ ਜਦੋਂ ਉਹਨਾਂ ਨੂੰ ਟੀਕਾ ਦਿੱਤਾ ਤਾਂ ਉਹਨਾਂ ਦੇ 2 ਕਿਸਮ ਦੀ ਐਂਟੀਬਾਡੀਜ਼ ਬਣੀ। ਇੱਕ ਹੁੰਦੀ ਆ ਬਾਈਂਡਿੰਗ ਐਂਟੀਬਾਡੀਜ਼, ਵੀ ਜਿਹੜਾ ਵਾਇਰਸ ਆ ਉਹਨੂੰ ਸਿਰਫ ਫੜਨਾ, ਉਹਨੂੰ ਕੋਈ ਹੋਰ ਕੁਝ ਨਹੀਂ ਕਰਨਾ, ਜਿੱਦਾਂ ਪੁਲਿਸ ਚੋਰ ਨੂੰ ਫੜਦੀ ਹੈ ਲੇਕਿਨ ਪੁਲਿਸ ਸਜ਼ਾ ਨਹੀਂ ਦਿੰਦੀ। ਤੇ ਦੂਜੀ ਹੁੰਦੀ ਨਿਊਟਰਲਾਈਜ਼ਿੰਗ ਐਂਟੀਬਾਡੀਜ਼, ਜਿਹੜਾ ਵਿਨਾਸ਼ ਕਰਦੀ ਆ। ਸੋ ਉਹਨਾਂ ਨੇ ਦੇਖਿਆ ਵੀ ਜਿਹੜਾ ਨਾਰਮਲ ਕੋਵਿਡ ਇਨਫੈਕਸ਼ਨ ਹੁੰਦਾ ਉਹਦੇ ਨਾਲੋਂ ਦੂਣੀ ਐਂਟੀਬਾਡੀਜ਼ ਬਣ ਰਹੀਆਂ ਇਹਨਾਂ ਦੇ ਟੀਕੇ ਦੇ ਨਾਲ, ਜਿਹੜਾ ਮੋਡਰਨਾ ਦਾ ਹੈ, ਮੈਸੇਂਜਰ RNA 1273 ਉਹਦਾ ਨਾਮ ਹੈਗਾ। ਤੇ ਇਹਦੇ ਵਿੱਚ ਇੱਕ ਹੋਰ ਗੱਲ ਆਈ ਵੀ 47%, ਸੋ ਆਪਾਂ ਕਹਿ ਸਕਦੇ ਅੱਧੀ ਜਿਹੜੇ ਸਦੱਸਿਆ ਹੈਗੇ ਉਹਨਾਂ ਨੂੰ ਸਾਈਡ ਇਫੈਕਟ ਵੀ ਹੋਏ। ਬੁਖਾਰ ਬਹੁਤ ਤੇਜ਼ੀ ਦੇ ਨਾਲ ਚੜਨਾ, ਕਾਂਬਾ ਹੋਣਾ, ਸਿਰ ਬਹੁਤ ਦੁਖਣਾ, ਥੱਕੇਵਾਂ ਮਹਿਸੂਸ ਹੋਣਾ, ਕਈਆਂ ਦਾ ਜਿਹੜਾ ਹੈਗਾ ਬਾਡੀ 2-3 ਹਫ਼ਤੇ ਲੱਗੇ ਉਹਨਾਂ ਨੂੰ ਰਿਕਵਰ ਹੋਣ 'ਚ। ਸੋ ਸੇਫਟੀ ਵੀ ਦੇਖਣੀ ਪੈਣੀ ਹੈ, ਲੇਕਿਨ ਗੁੱਡ ਨਿਊਜ਼ ਹੈਗੀ ਆ ਵੀ ਐਂਟੀਬਾਡੀਜ਼ ਬਣ ਰਹੀਆਂ। ਹੁਣ ਇਹਨਾਂ ਦੀ ਫੇਜ਼ 3 ਟਰਾਇਲ ਚੱਲੂਗੀ 27 ਜੁਲਾਈ ਤੋਂ, ਮੇਰੀ ਮੁਰਾਦ ਹੈਗੀ ਇਸ ਮਹੀਨੇ ਦੇ ਅਖੀਰ ਤੇ ਘੱਟ ਤੋਂ ਘੱਟ 3 ਮਹੀਨੇ ਉਹ ਟਰਾਇਲ ਚੱਲਦੀਆਂ। 30,000 ਇਹਨਾਂ ਨੇ ਕੈਂਡੀਡੇਟ ਦੇ ਉੱਤੇ ਕਰਨਾ, ਵੀ ਕਿਸੇ ਨੂੰ ਵੈਕਸੀਨ ਦੇਣੀ, ਕਿਸੇ ਨੂੰ ਵੈਕਸੀਨ ਨਹੀਂ ਦੇਣੀ, ਉਹਨੂੰ ਕਹਿੰਦੇ ਪਲੇਸੀਬੋ, ਤੇ ਦੇਖੀਏ ਵੀ ਕੀ ਅਸਰ ਹੁੰਦਾ। ਪਹਿਲਾਂ ਵੀ ਚਾਹੁੰਦੇ ਸੀ ਵੀ ਬਹੁਤ ਜਗ੍ਹਾ 'ਚ ਕਰਨ ਨੂੰ ਆਲ ਓਵਰ ਦਾ ਵਰਲਡ, ਲੇਕਿਨ ਤੁਹਾਨੂੰ ਪਤਾ ਲੋਕਡਾਊਨ ਹੈਗਾ, ਅਮਰੀਕਨ ਨੂੰ ਕਦੀ ਵੀ ਪਾਸਿਸ ਨਹੀਂ ਮਿਲਣੇ, ਨਾ ਯੂਰਪ 'ਚ ਮਿਲ ਰਹੇ ਆ, ਇਵਨ ਮੈਕਸੀਕੋ ਵਾਲੇ ਕਹਿੰਦੇ ਨਾ ਉਹ। ਸੋ ਇਸ ਲਈ ਉਹ ਅਮਰੀਕਾ 'ਚ 87 ਵੱਖ-ਵੱਖ ਇਲਾਕਿਆਂ 'ਚ ਜਾ ਕੇ ਆਪਣੀ 30,000 ਦੇ ਜਿਹੜੇ ਕਾਊਂਟ ਹੈ ਉਹਨੂੰ ਪੂਰਾ ਕਰਨਗੇ।
ਜਿਹੜੀ ਆਕਸਫੋਰਡ ਦੀ ਹੈਗੀ ਆ ਉਹ ਵੀ ਬਹੁਤ ਵਧੀਆ, ਉਹਨਾਂ ਦੀ 1-2 ਦਿਨ 'ਚ ਉਹਨਾਂ ਨੇ ਖੁਲਾਸਾ ਕਰਨਾ, ਔਰ ਉਹ ਵੀ ਕਹਿ ਰਹੇ ਵੀ ਸਾਡੀ ਜਿਹੜੀ ਹੈਗੀ ਵੈਕਸੀਨ ਐਂਟੀਬਾਡੀ ਬਣਾਉਂਦੀ ਆ, ਜਿਨ੍ਹਾਂ ਦੀ ਸੰਧੀ ਹੈਗੀ ਆ ਹਿੰਦੁਸਤਾਨ ਦੇ ਨਾਲ, ਪੂਲੇ ਇੰਸਟੀਚਿਊਟ ਆਫ ਜਿਹੜਾ ਟੈਕਨੋਲੋਜੀ, ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਨਾਲ। ਜਿਹੜੀ ਕੈਨੇਡਾ ਦੀ ਹੈਗੀ ਆ ਉਹ ਬਹੁਤ ਵਧੀਆ ਔਰ ਡਿਫਰੈਂਟ ਉਹਨਾਂ ਨੇ ਤਰੀਕੇ ਦੇ ਨਾਲ ਇਹ ਮੈਨੂਫੈਕਚਰ ਕੀਤੀ ਆ। ਦੇਖੋ ਜਿਹੜੀ ਟ੍ਰੈਡੀਸ਼ਨਲ ਵੈਕਸੀਨ ਹੈਗੀ ਉਹ ਅੰਡਿਆਂ 'ਚ ਬਣਦੀ ਆ, ਔਰ ਕਰੀਬਨ 6 ਮਹੀਨੇ ਉਹਨੂੰ ਲੱਗਦਾ ਬਣਾਉਣ 'ਚ। ਇਹਨਾਂ ਨੇ ਪਲਾਂਟਸ ਦੇ ਵਿੱਚ ਜਿਹੜੇ ਛੋਟੇ ਛੋਟੇ ਪੌਦੇ ਹੁੰਦੇ ਆ, ਉਦਾਂ ਦੇ ਪੱਤਿਆਂ ਦੇ ਵਿੱਚ, ਕਿਉਂਕਿ ਉਹਨਾਂ ਦੇ ਵਿੱਚ ਵੀ ਤੇ ਲਿਵਿੰਗ ਸੈੱਲ ਹੁੰਦੇ ਆ। ਸੋ ਪਹਿਲੀ ਵੈਕਸੀਨ ਹੋ ਗਈ ਜਿਹੜੀ ਪਲਾਂਟ ਬੇਸਡ ਹੋ ਗਈ, ਇਹਦਾ ਨਾਮ ਮੈਂ ਰੱਖ ਦਿੰਦਾ ਵੈਜੀਟੇਰੀਅਨ ਵੈਕਸੀਨ ਜਾਂ ਵੇਜੀ ਵੈਕਸ। ਤੇ ਇਹ ਜਿਹੜੀ ਹੈਗੀ ਆ 6 ਹਫ਼ਤਿਆਂ 'ਚ ਬਣ ਸਕਦੀ ਆ। ਇਹਦੇ ਕਲੀਨਿਕਲ ਟ੍ਰਾਇਲ ਆਰੰਭ ਹੋ ਗਏ 1-2 ਦਿਨ ਪਹਿਲਾਂ ਕਿਊਬੈਕ 'ਚ। ਉਹਨਾਂ ਨੇ 180 ਵਿਅਕਤੀ ਲੈਣੇ ਆ, ਬੰਦੇ ਤੇ ਜਨਾਨੀਆਂ, ਕਰੀਬਨ 18 ਤੋਂ 55 ਸਾਲ ਦੀ ਉਮਰ 'ਚ ਦੇਖਣ ਵਾਸਤੇ। ਲੇਕਿਨ ਇਹਨਾਂ ਦੇ ਜਿਹੜੇ CEO ਆ ਡਾਕਟਰ ਬਰੂਸ ਜਿਹੜੇ ਕਲਾਰਕ, ਉਹ ਕਹਿੰਦੇ ਆ ਵੀ 18 ਮਹੀਨੇ ਇਹਨਾਂ ਨੂੰ ਲੱਗਣੇ, ਔਰ ਬਿਲਕੁਲ ਇੰਨਾ ਕੁ ਟਾਈਮ ਲੱਗਦਾ। ਈਵਨ ਮੋਡਰਨਾ ਜਿਹੜੀ ਹੈਗੀ ਆ ਉਹਦੀ ਕਲੀਨਿਕਲ ਟ੍ਰਾਇਲ ਮੈਂ ਦੱਸਿਆ ਫੇਜ਼ 3 ਦੀ ਅਜੇ ਸ਼ੁਰੂ ਹੋਣੀਆਂ, ਸੋ ਮੇਰੇ ਖਿਆਲ ਨਾਲ ਐਂਡ ਆਫ ਦਿਸ ਈਅਰ ਆਉਣਗੀਆਂ। ਦੂਜੀ ਜਿਹੜੀ ਖਬਰ ਇੱਥੇ ਵੈਂਕੂਵਰ ਦੇ ਵਿੱਚ ਜਿਹੜੀ ਖਾਸ ਕਰਕੇ ਆਈ ਆ, ਉਹ ਇਹ ਆਈ ਆ ਵੀ ਪਿਛਲੇ ਕਈ ਮਹੀਨੇ ਤੋਂ ਹੁਣ ਅਸੀਂ ਥੋੜਾ ਲਾਕਡਾਊਨ ਖੋਲਿਆ ਜਾਂ ਟੈਲੀ ਹੈਲਥ ਵੀ ਕਰ ਰਹੇ ਸੀ, ਤੇ ਕਈ ਵਾਰ ਬਲੱਡ ਟੈਸਟ ਕਰਨੇ ਪੈਂਦੇ ਆ ਬੱਚਿਆਂ ਦੇ ਵੀ, ਐਡਲਟਸ ਦੇ ਵੀ, ਤੇ ਉਹ ਵਜ੍ਹਾ ਕੁਝ ਵੀ ਹੋ ਸਕਦੀ ਆ ਬਲੱਡ ਟੈਸਟ ਕਰਨ ਦੀ। ਲੇਕਿਨ ਜਿਹੜਾ ਉਹਦਾ ਸੈਂਪਲ ਹੈ ਉਹ 'ਚ ਬੜੀ ਆਸਾਨੀ ਦੇ ਨਾਲ ਐਂਟੀਬਾਡੀ ਲੈਵਲ ਚੈੱਕ ਕੀਤਾ ਜਾ ਸਕਦਾ। ਤੋ ਜਿਹੜੇ ਐਂਟੀਬਾਡੀ ਲੈਵਲ ਉਹ ਦੱਸਦੇ ਕਰੀਬਨ 28,000 ਪੋਜ਼ਿਟਿਵ ਸੈਂਪਲ ਆਏ, ਤਾਂ ਉਹ ਤੇ ਅਨੁਮਾਨ ਲਾਇਆ ਜਾ ਸਕਦਾ ਵੀ ਆਪਾਂ 3,000 ਅਟੇ ਸਟੇ ਕਹਿੰਦੇ ਆ, ਉਹਨੂੰ ਮਲਟੀਪਲਾਈ ਕਰਨਾ ਪੈਣਾ 9 ਦੇ ਨਾਲ। ਸੋ ਜ਼ਿਆਦਾ ਇਹ ਵਾਇਰਸ ਜਿਹੜਾ ਲੋਕਾਂ ਨੂੰ ਹੋਇਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ, ਜਾਂ ਲੱਛਣ ਬਹੁਤ ਮਾਈਲਡ ਸੀ, ਜਾਂ ਮਾੜਾ ਜਿਹਾ ਖੰਘ, ਮਾੜਾ ਜਿਹਾ ਬੁਖਾਰ ਹੋਇਆ। ਅਮਰੀਕਨ ਵੀ ਦੁਹਾਈ ਦੇ ਰਿਹਾ ਵੀ 3.5 ਮਿਲੀਅਨ ਤਾਂ ਹੋ ਗਿਆ, ਉਹਨੂੰ 20 ਦੇ ਨਾਲ ਮਲਟੀਪਲਾਈ ਕਰੋ, ਵੀ ਹੋ ਸਕਦਾ 70 ਮਿਲੀਅਨ ਅਮਰੀਕਨ ਨੂੰ ਆਲਰੇਡੀ ਹੋ ਚੁੱਕਿਆ ਹੋਇਆ, ਕਿਉਂਕਿ ਜਦੋਂ ਐਂਟੀਬਾਡੀਜ਼ ਉਹ ਚੈੱਕ ਕਰਦੇ ਉਹਨਾਂ ਨੂੰ ਬਹੁਤ ਸਾਰੇ ਲੋਕਾਂ ਦੇ ਇਹ ਪਤਾ ਲੱਗਦਾ ਵੀ ਇਹਦੀ ਐਂਟੀਬਾਡੀਜ਼ ਬਣ ਰਹੀ ਆ। ਤੀਜੀ ਜਿਹੜੀ ਖਬਰ ਜਿਹੜੀ ਆਉਂਦੀ ਹੈ, ਦੇਖੋ ਤੁਸੀਂ ਕਾਫੀ ਮੂਵੀਜ਼ ਦੇਖੀਆਂ ਹੋਣੀਆਂ, ਸਟੋਰੀ ਵੀ ਸ਼ੇਅਰ ਕਰਦੇ ਆ ਵੀ ਬੈਂਕ 'ਚ ਡਾਕਾ ਪੈ ਗਿਆ, ਘਰ ਦੇ ਵਿੱਚ ਲੁੱਟਮਾਰ ਹੋ ਗਈ। ਹੁਣ ਜ਼ਮਾਨਾ ਹੈਗਾ ਸਾਈਬਰ ਅਟੈਕ ਜਾਂ ਸਾਈਬਰ ਰੋਬਰੀ ਦਾ, ਤੇ ਬਕਾਇਦਾ ਅਮਰੀਕਾ, ਕੈਨੇਡਾ ਔਰ UK ਕਹਿ ਰਿਹਾ ਵੀ ਰਸ਼ੀਅਨ ਸਾਈਬਰ ਜਿਹੜੇ ਗੁਰੂ ਹੈਗੇ ਆ, ਉਹ ਇਹਨਾਂ ਦਾ ਡੇਟਾ ਜਿਹੜਾ ਚੋਰੀ ਕਰਨ ਨੂੰ ਫਿਰਦੇ, ਖਾਸ ਕਰਕੇ ਵੈਕਸੀਨ ਦਾ, ਕਿਉਂਕਿ ਸਾਰਾ ਇੰਟੈਲੈਕਚੁਅਲ ਪ੍ਰਾਪਰਟੀ ਜਿਹੜੀ ਹੈਗੀ ਆ ਤੁਹਾਡੇ ਕੰਪਿਊਟਰ 'ਚ ਸਟੋਰਡ ਆ। ਸੋ ਕੰਪਿਊਟਰ ਹੈਕਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਔਰ ਇਹ ਸਾਰੇ ਤਿੰਨੋਂ ਦੇਸ਼ ਕਹਿੰਦੇ ਰਸ਼ੀਆ ਤੋਂ ਹੀ ਇਹ ਸ਼ੁਰੂ ਹੋਇਆ ਆ। ਦੂਜੀ ਗੱਲ ਇਹ ਹੈਗੀ ਆ ਵੀ ਜਿਵੇਂ WHO ਨੇ ਕਿਹਾ ਵੀ ਵੈਕਸੀਨ ਚਲੋ ਹੁਣ ਲੱਗਦਾ ਵੀ 23 ਜਿਹੜੇ ਹੈਗੇ ਟ੍ਰਾਇਲਸ ਚੱਲ ਰਹੇ, 23 ਟ੍ਰਾਇਲਸ ਆਲਰੇਡੀ ਚੱਲ ਰਹੇ ਆ। ਠੀਕ ਹੈ, ਮੋਡਰਨਾ, ਆਕਸਫੋਰਡ ਅੱਗੇ ਆ, ਕੈਨੇਡਾ ਵੀ ਆ ਗਿਆ, ਲੇਕਿਨ 23 ਟ੍ਰਾਇਲਸ ਚੱਲ ਰਹੇ ਆ, ਔਰ ਵੀ ਕੰਪਨੀਆਂ ਟ੍ਰਾਇਲਸ 'ਚ ਆਉਣਗੀਆਂ। ਲੇਕਿਨ ਇਹਨੂੰ ਡਿਸਟ੍ਰੀਬਿਊਟ ਕਿੱਦਾਂ ਕਰਨਾ, WHO ਕਹਿੰਦਾ। ਉਹਨਾਂ ਨੇ ਫਿਰ ਕੋਵੈਕਸ ਕਰਕੇ ਇੱਕ ਕਮੇਟੀ ਬਣਾਈ ਆ, ਕੋਵਿਡ ਦੀ ਵੈਕਸੀਨੇਸ਼ਨ ਡਿਲੀਵਰੀ ਕਮੇਟੀ, ਔਰ ਮਾਨ ਦੀ ਗੱਲ ਇਹ ਹੈਗੀ ਵੀ ਉਹ 'ਚ 6 ਜਾਂ 7 ਵਿਅਕਤੀ ਆ, ਤੇ ਸਾਡੇ ਪ੍ਰਧਾਨ ਮੰਤਰੀ ਮਾਨਯੋਗ ਆਨਰੇਬਲ ਜਸਟਿਨ ਟਰੂਡੋ ਵੀ ਉਹਦੇ ਵਿੱਚ ਹੋਣਗੇ, ਸਪੇਨ ਦੇ ਪ੍ਰਾਈਮ ਮਿਨਿਸਟਰ ਹੋਣਗੇ, ਨਿਊਜ਼ੀਲੈਂਡ ਦੇ ਹੋਣਗੇ, ਔਰ ਕੁਛ ਇੱਕ ਹੋਰ ਕੰਟਰੀਆਂ, ਇਥੀਓਪੀਆ ਇਤਿਆਦਿ। ਸੋ ਇਹ ਚੰਗੀ ਗੱਲ ਹੈ ਕਿਉਂਕਿ ਸਾਨੂੰ ਵਰਲਡ ਲੈਵਲ 'ਚ ਮਾਨਤਾ ਮਿਲਦੀ ਆ, ਔਰ ਕਿਉਂਕਿ ਇਮਾਨਦਾਰੀ ਨਾਲ ਅਸੀਂ ਕੰਮ ਕਰਦੇ ਆ, ਦੂਜਿਆਂ ਦੇ ਕੰਮ ਵੀ ਆਉਂਦੇ ਆ। ਸੋ ਇਹ ਕੁਛ ਇੱਕ ਨਿਊਜ਼ ਸੀ ਕੋਵਿਡ ਬਾਰੇ। ਜੀ ਡਾਕਟਰ ਸਾਹਿਬ, ਅਸੀਂ ਅੱਜ ਜਿਹੜਾ ਇੱਕ ਹੋਰ ਗੱਲਬਾਤ ਜਿਹਦੇ ਬਾਰੇ ਅਸੀਂ ਤੁਹਾਡੇ ਕੋਲੋਂ ਜਾਣਕਾਰੀ ਚਾਹੁੰਦੇ ਹਾਂ ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਬੰਦੇ ਨੂੰ ਅਟੈਕ ਹੋ ਗਿਆ, ਸਟ੍ਰੋਕ ਹੋ ਗਿਆ, ਜਾਂ ਵੀ ਉਹਦਾ ਪਾਸਾ ਖੜਾ ਹੋ ਗਿਆ। ਕਈ ਲੋਕਾਂ ਦਾ ਤਾਂ ਬਿਲਕੁਲ ਪਾਸਾ ਖੜਾ ਹੋ ਜਾਂਦਾ, ਉਹ ਚੱਲਦਾ ਨਹੀਂ। ਕਈ ਲੋਕਾਂ ਨੂੰ ਕਿਹਾ ਜਾਂਦਾ ਕਿ ਉਹ ਛੋਟਾ ਜਿਹਾ ਅਟੈਕ ਹੋਇਆ ਸੀ, ਜ਼ੁਬਾਨ 'ਤੇ ਫਰਕ ਪੈ ਗਿਆ, ਮੂੰਹ ਥੋੜ੍ਹਾ ਜਿਹਾ ਵਿੰਗਾ ਪੈ ਗਿਆ, ਅੱਖ 'ਤੇ ਫਰਕ ਪੈ ਗਿਆ। ਇਹਦਾ ਕੀ ਮਤਲਬ ਆ? ਇਹ ਅਟੈਕ ਕਿਉਂ ਹੁੰਦਾ, ਜਾਂ ਇਹ ਜਿਹੜਾ ਇਹਦੇ ਕਾਰਨ ਕੀ ਹੁੰਦੇ ਆ? ਇਹ ਥੋੜ੍ਹਾ ਜਿਹਾ ਇਹਨੂੰ ਸਾਨੂੰ ਸਮਝਾਓਗੇ ਕਿ ਹੈ ਕੀ ਜੀ ਇਹ? ਜਿਹੜੇ ਤੁਸੀਂ ਸਾਰੀਆਂ ਗੱਲਾਂ ਕੀਤੀਆਂ ਜਸਕਰਨ ਜੀ, ਇਹਨੂੰ ਆਪਾਂ ਇੱਕ ਟਾਈਟਲ ਥੱਲੇ ਲੈ ਕੇ ਆਵਾਂਗੇ। ਉਹ ਟਾਈਟਲ ਦਾ ਨਾਮ ਹੈਗਾ ਸਟ੍ਰੋਕ, STROKE। ਔਰ ਇਹਦਾ ਮਤਲਬ ਇਹ ਹੁੰਦਾ, ਦੇਖੋ ਸਾਡੀ ਇੱਥੋਂ ਦੀ ਨਾ ਧੌਣ ਤੋਂ ਬਲੱਡ ਵੈਸਲ ਆ, ਮਿਡਲ ਸੈਰੇਬਰਲ ਆਰਟਰੀ, ਉਹ ਅੰਦਰ ਖੂਨ ਫੀਡ ਕਰਦੀ ਹੈ ਬ੍ਰੇਨ ਨੂੰ, ਹਰ ਹਿੱਸੇ ਨੂੰ। ਤੇ ਜਦੋਂ ਆਪਾਂ ਹਾਰਟ ਅਟੈਕ ਦੀ ਗੱਲ ਕਰਦੇ ਹਾਂ ਤੇ ਉਹਦੇ ਬਾਹਰਲੇ ਜਿਹੜੇ ਕੋਰਨਰੀ ਆਰਟਰੀਜ਼ ਆ ਉਹਦੇ ਵਿੱਚ ਜੈਮ ਹੋਣਾ ਸ਼ੁਰੂ ਹੋ ਜਾਂਦਾ,
ਤੇ ਹਾਰਟ ਦੇ ਮਸਲ ਨੂੰ ਰਾਸ਼ਨ ਪਾਣੀ ਨਹੀਂ ਅਪੜਦਾ। ਮੇਰੀ ਮੁਰਾਦ ਹੈ ਸ਼ੂਗਰ, ਹੋਰ ਆਕਸੀਜਨ, ਤੇ ਹਾਰਟ ਦਾ ਮਸਲ ਹਾਰਟ ਅਟੈਕ 'ਚ ਜਾਂਦਾ। ਤੇ ਸਟ੍ਰੋਕ ਹੈਗਾ ਬ੍ਰੇਨ ਦਾ ਹਾਰਟ ਅਟੈਕ ਕਿਸਮ ਦਾ, ਵੀ ਬ੍ਰੇਨ ਨੂੰ ਰਾਸ਼ਨ ਪਾਣੀ ਨਹੀਂ ਮਿਲਿਆ। ਹੁਣ ਬ੍ਰੇਨ ਜਿਹੜਾ ਹੈਗਾ ਸਾਡਾ ਦਿਮਾਗ ਕਹਿ ਲਓ ਜਾਂ ਜੋ ਵੀ ਇਹਦਾ ਨਾਂ ਦੇਣਾ, ਇਹ ਬੜਾ ਸੂਖਸ਼ਮ ਆਰਗਨ ਹੈਗਾ। ਇਹ ਥੋੜਾ ਜਿਹਾ ਜਿੱਦਾਂ ਟੂਥਪੇਸਟ ਹੁੰਦੀ ਹੈ ਉਸ ਤੋਂ ਮਾੜਾ ਜਿਹਾ ਸੰਘਣਾ ਹੁੰਦਾ ਔਰ ਸੋਲਿਡ ਨਹੀਂ ਹੁੰਦਾ ਜਿੱਦਾਂ ਹਾਰਟ ਹੁੰਦਾ, ਲਿਵਰ ਹੁੰਦਾ। ਤੇ ਸਾਡੇ ਬ੍ਰੇਨ ਦੇ ਵਿੱਚ ਕਰੀਬਨ 84 ਬਿਲੀਅਨ ਨਿਊਰੋਨਸ ਹੈਗੇ ਆ। ਜਿੰਨੇ ਸਾਡੇ ਤਾਰੇ ਹੈਗੇ ਕਹਿ ਸਕਦੇ ਆ ਸਾਡੇ ਮਿਲਕੀ ਵੇ 'ਚ ਉਹਨੇ ਸਾਡੇ ਨਿਊਰੋਨਸ ਹੈਗੇ ਆ। ਇੱਕ ਨਿਊਰੋਨ ਦੂਜੇ ਦੇ ਨਾਲ ਕਨੈਕਟ ਕਰਦਾ, ਮੈਸੇਜ ਜਿਹੜੀ ਹੈਗੀ ਆ ਚੱਲਦੀ ਆ। ਹੁਣ ਦੋ ਪ੍ਰਕਾਰ ਦੇ ਸਟ੍ਰੋਕ ਹੁੰਦੇ ਆ। ਇੱਕ ਹੁੰਦਾ ਇਸਚਿਮਿਕ, ਵੀ ਜਿਹੜੀ ਖੂਨ ਦੀ ਨਾੜੀ ਆ ਉਹ ਟਾਈਟ ਹੋ ਗਈ ਜਾਂ ਹੌਲੀ ਹੌਲੀ ਜੰਮ ਗਈ, ਵੀ ਅੰਦਰ ਬਲੱਡ ਨਹੀਂ ਗਿਆ, ਉਹ ਬ੍ਰੇਨ ਦੇ ਹਿੱਸੇ ਨੂੰ ਬਲੱਡ ਨਹੀਂ ਅਪੜਿਆ ਤੇ ਡੈਮੇਜ ਹੋ ਗਿਆ। ਤੇ ਦੂਜਾ ਹੁੰਦਾ ਹੈਮਰੇਜਿਕ। ਹੈਮਰੇਜਿਕ ਮੀਨਸ ਖੂਨ ਦੀ ਨਾੜੀ ਅੰਦਰੋਂ ਪਾਟ ਗਈ, ਲਹੂ ਵਗ ਗਿਆ। ਸੋ ਕਰੀਬਨ ਆਪਾਂ ਕਹੀਏ ਵੀ 60-65% ਇਸਚਿਮਿਕ ਹੁੰਦਾ ਤੇ ਕਰੀਬਨ 30-35% ਹੁੰਦਾ ਹੈਮਰੇਜਿਕ। ਜਿਹੜੀ ਤੀਜੀ ਗੱਲ ਤੁਸੀਂ ਦੱਸੀ ਵੀ ਕਈਆਂ ਨੂੰ ਨਾ ਕਦੀ ਕਦੀ ਝੋਲਾ ਜਿਹਾ ਫੀਲ ਹੁੰਦਾ ਵੀ ਅੱਖਾਂ ਜਿਹੜੀ ਬਲਰੀ ਹੋ ਗਈਆਂ, ਥੋੜਾ ਜਿਹਾ ਬੋਂਦਲ ਗਏ, ਉਹਨੂੰ ਕਹਿੰਦੇ ਟ੍ਰਾਂਜ਼ੀਐਂਟ ਇਸਚਿਮਿਕ ਅਟੈਕ, TIA। ਵੀ ਜਿਹੜੀ ਖੂਨ ਦੀ ਨਾੜੀ ਆ ਉਹ ਮਾੜੀ ਜਿਹੀ ਬੰਦ ਹੋ ਕੇ ਫਿਰ ਖੁੱਲ ਗਈ, ਤੇ ਇਹ ਪ੍ਰੀਕਰਸਰ ਹੁੰਦਾ ਵੀ ਗਾਂ ਜਾ ਕੇ ਸਟ੍ਰੋਕ ਤੁਹਾਨੂੰ ਹੋਣ ਦੀ ਸੰਭਾਵਨਾ ਵੱਧ ਗਈ। ਹੁਣ ਜਿਹੜਾ ਮੈਂ ਡੇਟਾ ਰਿਵਿਊ ਕਰ ਰਿਹਾ ਸੀ, ਕੈਨੇਡਾ 'ਚ ਹਰ ਸਾਲ ਕਰੀਬਨ 50,000 ਨਵੇਂ ਕੇਸਿਸ ਆਉਂਦੇ ਆ ਸਟ੍ਰੋਕ ਦੇ, ਔਰ ਇਸ ਵੇਲੇ ਕਰੀਬਨ 8 ਲੱਖ ਵਿਅਕਤੀ ਸਟ੍ਰੋਕ ਦੇ ਸਰਵਾਈਵਰ ਕੈਨੇਡਾ 'ਚ ਮੌਜੂਦ ਆ, ਔਰ ਲਗਭਗ 50% ਹੀ ਕਹੀਏ ਬੰਦੇ ਆ, 50% ਜਨਾਨੀਆਂ। 65 ਸਾਲ ਤੋਂ ਉੱਤੇ ਉਮਰ 'ਚ ਕਰੀਬਨ 80-70% ਕੇਸਿਸ ਹੁੰਦੇ ਆ। ਉਸ ਤੋਂ ਥੱਲੇ ਸਟ੍ਰੋਕ ਹੁੰਦਾ ਲੇਕਿਨ ਉਹਦੀ ਦਰ ਘੱਟ ਹੁੰਦੀ ਆ। ਸਭ ਤੋਂ ਵੱਡਾ ਜਿਹੜਾ ਇਹਦਾ ਲੀਡਿੰਗ ਕਾਜ਼ ਹੈਗਾ ਉਹ ਹੈਗਾ ਹਾਈ ਬਲੱਡ ਪ੍ਰੈਸ਼ਰ, ਡਾਇਬੀਟੀਜ਼, ਮੋਟਾਪਾ, ਸਿਗਰਟ ਸਮੋਕ ਕਰਨਾ, ਕੋਲੇਸਟ੍ਰੋਲ, ਸਟ੍ਰੈਸ ਇਤਿਆਦि। ਜੋ ਲਗਭਗ ਸਾਰੇ ਹਾਰਟ ਅਟੈਕ ਦੇ ਹੀ ਸਾਡੇ ਰਿਸਕ ਫੈਕਟਰ, ਉਹੀ ਸਟ੍ਰੋਕ ਦੇ ਰਿਸਕ ਫੈਕਟਰ। ਇਸ ਲਈ ਤੁਸੀਂ ਦੇਖੋਗੇ ਜਿਹੜੀ ਸੰਸਥਾ ਇਹਦੇ ਤੇ ਕੰਮ ਕਰਦੀ ਉਹਦਾ ਨਾਮ ਹੈ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ। ਉਹ ਇਕੱਠੇ ਹੀ ਚੱਲਦੇ ਆ। ਅਗਰ ਸੰਸਾਰ ਭਰ 'ਚ ਦੇਖੀਏ ਕਰੀਬਨ 17 ਮਿਲੀਅਨ ਲੋਕਾਂ ਨੂੰ ਸਟ੍ਰੋਕ ਹੁੰਦਾ ਤੇ 6 ਮਿਲੀਅਨ ਲੋਕ ਨਹੀਂ ਬਚ ਪਾਉਂਦੇ, ਲੇਕਿਨ ਕੈਨੇਡਾ 'ਚ ਸਾਡਾ ਸਰਵਾਈਵਲ ਬਹੁਤ ਵਧੀਆ। ਕਰੀਬਨ ਸਿਰਫ 13-14 ਹਜ਼ਾਰ ਹੀ 50,000 ਤੋਂ ਨਹੀਂ ਅਸੀਂ ਬਚਾ ਪਾਉਂਦੇ। ਸੋ ਸਾਡਾ ਸਰਵਾਈਵਲ ਅਰਾਊਂਡ 75% ਦੇ ਲਾਗੇ ਚਾਗੇ ਹੈਗਾ, ਔਰ ਚੰਗੀ ਗੱਲ ਆ। ਹੁਣ ਦੇਖੋ ਫਾਸਟ ਅਗਰ ਆਪਾਂ ਅੰਗਰੇਜ਼ੀ 'ਚ ਕਹੀਏ FAS ਤੇ T, ਇਹ ਇੱਕ ਐਕਰੋਨਿਮ ਹੁੰਦਾ ਰਿਮੈਂਬਰ ਕਰਨ ਵਾਸਤੇ। ਜਿੱਦਾਂ ਰੇਨਬੋ ਦੇ ਲਈ ਵਿਬਗਿਓਰ ਹੁੰਦਾ, ਜਾਂ ਵਾਇਲਟ, ਇੰਡੀਗੋ, ਬਲੂ, ਗ੍ਰੀਨ, ਯੈਲੋ, ਔਰੰਜ, ਰੈਡ, ਵੀ ਉਹਦੇ ਕਲਰ ਹੁੰਦੇ। ਇਹ ਐਕਰੋਨਿਮ ਡਿਵੈਲਪ ਕੀਤਾ ਹੋਇਆ। F ਦਾ ਅਰਥ ਹੁੰਦਾ ਵੀ ਫੇਸ਼ੀਅਲ ਡਰੂਪਿੰਗ, ਵੀ ਇੱਕ ਪਾਸਾ ਜਿਹੜਾ ਮੂੰਹ ਦਾ ਵੱਟਾ ਲੱਗਿਆ ਤੁਹਾਡਾ, ਜਿੱਦਾਂ ਬੁੱਲ ਵਿੰਗੇ ਟਿੱਡੇ ਹੋ ਗਏ, ਕਈ ਮੂਵੀਜ਼ 'ਚ ਵੀ ਤੁਸੀਂ ਦੇਖਿਆ ਹੋਣਾ। ਦੂਜਾ ਹੁੰਦਾ ਆਰਮਸ, ਵੀ ਤੁਸੀਂ ਆਰਮ ਉੱਤੇ ਚੁੱਕਦੇ ਹੋ ਥੱਲੇ ਡਿੱਗ ਜਾਂਦਾ। ਇਸ ਦਾ ਅਰਥ ਹੁੰਦਾ ਸਪੀਚ, ਤੁਹਾਡੀ ਜਿਹੜੀ ਬੋਲੀ ਆ ਉਹ ਖਰਵੜੀ ਹੋ ਗਈ। ਜਿਹੜਾ ਸੁਣਨ ਵਾਲਾ ਉਹਨੂੰ ਪਤਾ ਨਹੀਂ ਲੱਗ ਗਿਆ ਤੁਸੀਂ ਬੋਲ ਕੀ ਰਹੇ, ਤੁਸੀਂ ਆਪਣੇ ਵੱਲੋਂ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਸਹੀ ਬੋਲ ਰਹੇ ਹੋ, ਲੇਕਿਨ ਤੁਹਾਡੀ ਆਵਾਜ਼, ਤੁਹਾਡਾ ਪਿਚ, ਤੁਹਾਡੀ ਬੋਲੀ, ਤੁਸੀਂ ਕੀ ਬੋਲ ਰਹੇ ਹੋ ਉਹ ਸਮਝ ਨਹੀਂ ਆ ਰਹੀ ਅਗਲੇ ਨੂੰ। ਤੇ ਇਹਦਾ ਟੀ ਦਾ ਅਰਥ ਹੁੰਦਾ ਟਾਈਮ। ਟਾਈਮ ਬਹੁਤ ਇਹਦੇ ਲਈ ਇੰਪੋਰਟੈਂਟ ਆ। ਇਹ ਜਿੱਦਾਂ ਮੈਂ ਕਿਹਾ ਸੀ ਬ੍ਰੇਨ ਦਾ ਹਾਰਟ ਅਟੈਕ ਕਹਿ ਲਓ ਇੱਕ ਕਿਸਮ ਦਾ, 911 ਇਮੀਡੀਏਟਲੀ ਕਾਲ ਕਰਨੀ ਚਾਹੀਦੀ। ਕਿਉਂਕਿ ਮੈਂ ਦੱਸਦਾ 84 ਬਿਲੀਅਨ ਨਿਊਰੋਨਸ ਹੈਗੇ ਬ੍ਰੇਨ 'ਚ। ਨਿਊਰੋਨਸ ਨਵੇਂ ਨਹੀਂ ਬਣਨੇ, ਜਿੰਨੇ ਮਹਾਰਾਜ ਨੇ, ਪਰਮੇਸ਼ਵਰ ਨੇ, ਵਾਹਿਗੁਰੂ ਨੇ, ਈਸ਼ਵਰ ਅੱਲਾ ਰਾਮ ਨੇ ਦਿੱਤੇ ਆ ਉਹਨੇ ਹੀ ਰਹਿਣੇ ਆ। ਅਗਰ ਉੱਥੇ ਰਾਸ਼ਨ ਪਾਣੀ ਨਹੀਂ ਅਪੜਿਆ ਤੇ ਉਹ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ। ਮੈਂ ਤੁਹਾਨੂੰ ਹੁਣ ਅੰਕੜੇ ਦੱਸਦਾ, ਹਰ ਸੈਕਿੰਡ 32,000 ਨਿਊਰੋਨ ਡੈਮੇਜ ਹੋਊਗਾ, ਹਰ ਮਿੰਟ 2 ਮਿਲੀਅਨ ਨਿਊਰੋਨ ਡੈਮੇਜ ਹੋਊਗਾ, ਔਰ ਹਰ ਘੰਟੇ 'ਚ 120 ਮਿਲੀਅਨ ਨਿਊਰੋਨ ਡੈਮੇਜ ਹੋਊਗਾ। ਹੁਣ ਇਹ ਪਹਿਲਾ ਜਿਹੜਾ ਘੰਟਾ ਇਹਨੂੰ ਕਹਿੰਦੇ ਗੋਲਡਨ ਆਵਰ, ਵੀ ਪਹਿਲੇ ਘੰਟੇ ਦੇ ਵਿੱਚ ਅਗਰ ਵਿਅਕਤੀ ਹਸਪੀਟਲ ਅੱਪੜ ਜਾਂਦਾ ਤੇ ਡਾਕਟਰ ਡਿਟਰਮਾਈਨ ਕਰਦਾ ਵੀ ਇਹਦਾ ਖੂਨ ਦੀ ਨਾੜੀ 'ਚ ਕਲੌਟ ਸੀ ਤੇ ਉਹ ਟੀਕਾ ਦੇ ਸਕਦਾ, ਉਹਨੂੰ ਕਹਿੰਦੇ TPA। TPA ਦਾ ਅਰਥ ਹੁੰਦਾ ਟਿਸ਼ੂ ਪਲਾਜ਼ਮੀਜਨ ਐਕਟੀਵੇਟਰ, ਵੀ ਜਿਹੜਾ ਕਲੌਟ ਹੈਗਾ ਉਹਨੂੰ ਘੋਲ ਦੇਣਾ ਤਾਂ ਕਿ ਸਰਕੂਲੇਸ਼ਨ ਜਿਹੜੀ ਰਿਵਾਈਵ ਹੋ ਸਕੇ।
ਉਹਦੇ ਨਾਲ ਤੁਸੀਂ ਜਿਹੜਾ ਹੈਗਾ ਨਿਊਰੋਨ ਡੈਮੇਜ ਅਵੋਇਡ ਕਰ ਲੈਂਦੇ ਹੋ, ਹਸਪੀਟਲ ਸਟੇ ਘਟ ਜਾਂਦਾ, ਕੰਪਲਿਕੇਸ਼ਨ ਘਟ ਜਾਂਦਾ। ਜਿਹੜੇ ਤੁਸੀਂ ਗੱਲਾਂ ਦੱਸੀਆਂ ਵੀ ਹੁਣ ਕਈ ਜਿਹੜੇ ਹੈਗੇ ਸਟ੍ਰੋਕ ਤੋਂ ਸਰਵਾਈਵ ਹੁੰਦੇ ਆ, ਉਹਨਾਂ ਨੂੰ ਫਿਰ ਕਰੀਬਨ ਡਿਸੇਬਿਲਿਟੀ ਹੀ ਰਹਿੰਦੀ ਆ, ਤੁਰਨ ਚ ਉਹਨਾਂ ਦੀ ਜਿਹੜੀ ਹੈਗੀ ਆ ਪੈਰ ਜਿਹੜਾ ਹੈਗਾ ਪੁੱਟਣਾ ਔਖਾ ਹੁੰਦਾ, ਥੋੜਾ ਸਟਿਫ ਹੋ ਜਾਂਦਾ, ਸਪੀਚ ਦੀ ਥੈਰੇਪੀ ਲੈਣੀ ਪੈਂਦੀ ਆ, ਹੱਥ ਜਿਹੜੇ ਹੈਗੇ ਆ ਉਹਦੀ ਆਕੂਪੇਸ਼ਨਲ ਥੈਰੇਪੀ ਲੈਣੀ ਪੈਂਦੀ ਆ, ਉਹਨਾਂ ਦਾ ਮੂਡ ਜਿਹੜਾ ਹੈਗਾ ਠੀਕ ਨਹੀਂ ਰਹਿੰਦਾ, ਚਿੜਚਿੜਾ ਹੋ ਜਾਂਦਾ, ਕਿਉਂਕਿ ਕਈ ਤੇ ਬੈੱਡ ਰਿਟਨ ਹੋ ਜਾਂਦੇ ਆ, ਕਈਆਂ ਦਾ ਜੌਬ ਖੁੱਜ ਜਾਂਦੀ ਹੈ, ਕਈ ਮਤਲਬ ਘਰ ਹੀ ਰਹਿ ਜਾਂਦੇ ਆ। ਸੋ ਅਸੀਂ ਇਹ ਵੀ ਦੇਖਿਆ ਵੀ ਪਹਿਲੇ ਘੰਟੇ 'ਚ ਕਿੰਨੇ ਕੁ ਲੋਕੀ ਅੱਪੜਦੇ ਆ, ਸਿਰਫ 30% ਲੋਕੀ ਅੱਪੜਦੇ, 70% ਨਹੀਂ ਅੱਪੜਦੇ। ਲੇਕਿਨ ਜਿਹੜਾ ਟੀਪੀਏ ਦਵਾਈ ਕਹੀ ਆ, ਜਿਹੜਾ ਟੀਕੇ ਦੇ ਰੂਪ 'ਚ ਅਸੀਂ ਦਿੰਨੇ ਐਮਰਜੈਂਸੀ 'ਚ, ਉਹ 4-4.5 ਘੰਟੇ ਤੱਕ ਵੀ ਇਫੈਕਟਿਵ ਹੋ ਸਕਦੀ ਆ। ਸੋ ਇਸ ਲਈ ਇਹਦੇ ਉੱਤੇ ਆਪਾਂ ਰੈਸਟ ਨਹੀਂ ਕਰਨਾ, ਇਹਨੂੰ ਇੱਕ ਐਮਰਜੈਂਸੀ ਸਮਝ ਕੇ ਹਸਪੀਟਲ ਤੇ ਜਾਣਾ। ਰਾਇਲ ਕੋਲੰਬੀਅਨ ਹਸਪੀਟਲ ਔਰ ਵੈਂਕੋ ਜਨਰਲ 'ਚ ਨਾ ਮਾਹਿਰ ਹੈਗੇ ਆ, ਜਿਹੜੇ ਇੱਥੋਂ ਵਾਇਰ ਪਾ ਕੇ ਜਿਹੜਾ ਕਲੌਟ ਆ ਉਹਨੂੰ ਵੀ ਕੱਢ ਸਕਦੇ ਆ, ਪਿਘਲਾ ਸਕਦੇ ਆ। ਸੋ ਉਹ ਵੀ ਇੱਕ ਟੈਕਨੋਲੋਜੀ ਹੈਗੀ ਆ, ਹਰ ਹਸਪੀਟਲ 'ਚ ਨਹੀਂ ਹੁੰਦੀ, ਹਰ ਸੈਂਟਰ 'ਚ ਨਹੀਂ ਹੁੰਦੀ, ਕੁਝ ਇੱਕ ਸੈਂਟਰ ਹੀ ਹੈਗੇ ਪੂਰੇ ਕੈਨੇਡਾ ਦੇ ਵਿੱਚ। ਸੋ ਬੇਸਿਕਲੀ ਇਹੀ ਆ ਵੀ ਆਪਣਾ ਵਜਨ ਠੀਕ ਰੱਖੋ, ਕੋਲੇਸਟ੍ਰੋਲ ਠੀਕ ਰੱਖੋ, ਬਲੱਡ ਪ੍ਰੈਸ਼ਰ ਠੀਕ ਰੱਖੋ, ਸ਼ੂਗਰ ਠੀਕ ਰੱਖੋ, ਐਕਟੀਵਿਟੀ ਰੱਖੋ, ਲਾਈਫਸਟਾਈਲ ਵਧੀਆ ਰੱਖੋ, ਇਹ ਸਟ੍ਰੋਕ ਨੂੰ ਪ੍ਰੀਵੈਂਸ਼ਨ 'ਚ ਸਹਾਈ ਹੋ ਸਕਦੀ ਹੈ। ਡਾਕਟਰ ਸਾਹਿਬ, ਇਹਦੇ ਸਿੰਪਟਮ ਜਿਹੜੇ ਆ ਕਈ ਵਾਰੀ ਤਾਂ ਕਲੀਅਰ ਕੱਟ ਪਤਾ ਲੱਗ ਜਾਂਦਾ ਕਿ ਅਟੈਕ ਹੋ ਗਿਆ ਬੰਦੇ ਨੂੰ, ਇਹਨੂੰ ਸਟ੍ਰੋਕ ਹੋ ਗਿਆ, ਨਹੀਂ ਚੱਕਿਆ ਜਾ ਰਿਹਾ, ਬਾਂਹ ਨਹੀਂ ਚੱਕੀ ਜਾ ਰਹੀ। ਕੋਈ ਮਾਈਨਰ ਅਟੈਕ ਵੀ ਹੁੰਦੇ ਆ ਜਿਹੜੇ ਵਿਅਕਤੀ ਨੂੰ, ਜਾਂ ਉਹਨੂੰ ਕਿੱਦਾਂ ਪਤਾ ਲੱਗੇ ਵੀ ਇਹਨੂੰ ਹੁਣ ਅਟੈਕ ਹੋ ਗਿਆ, ਕੋਈ ਉਹਦੇ ਸਿੰਪਟਮ ਜਾਂ ਉਹਨੂੰ ਡਾਇਗਨੋਸ ਕਰਨ ਦਾ, ਜਾਂ ਕਈ ਵਾਰੀ ਕਹਿੰਦੇ ਬੰਦੇ ਨੂੰ ਵੀ ਨਹੀਂ ਪਤਾ ਲੱਗਦਾ ਵੀ ਉਹਨੂੰ ਅਟੈਕ ਹੋਇਆ, ਇਹ ਕਿੱਦਾਂ ਪਤਾ ਲੱਗੇ ਵੀ ਉਹਨੂੰ ਹੋ ਚੁੱਕਿਆ ਜੀ? ਜੀ ਇਹ 'ਚ ਨਾ YouTube 'ਚ ਹੈਗਾ ਇੱਕ ਨਿਊਰੋਲੋਜਿਸਟ ਹੈਗੀ ਆ, ਜਿਹੜੇ ਬ੍ਰੇਨ ਦੇ ਨਾਲ ਡੀਲ ਕਰਦੀ, ਉਹ ਲੇਡੀ ਨੂੰ ਆਪ ਸਟ੍ਰੋਕ ਹੋਇਆ ਤੇ ਉਹਨੇ ਡਿਸਕ੍ਰਾਈਬ ਕੀਤਾ ਵੀ ਉਹਦੀ ਜਿਹੜੀ ਅੱਖਾਂ ਦੀ ਜਿਹੜੀ ਵਿਜ਼ਨ ਔਰ ਡੈਪਥ ਪਰਸੈਪਸ਼ਨ ਆ ਉਹ ਚਲੀ ਗਈ। ਉਹ ਇੱਕੋ ਹੀ ਸਿੰਪਟਮ ਸੀ ਉਹਨੂੰ, ਜਿਹੜਾ ਉਹਨੂੰ ਮਤਲਬ ਦੱਸ ਰਿਹਾ ਸੀ ਵੀ ਮੈਨੂੰ ਸਟ੍ਰੋਕ ਹੈ, ਬਾਕੀ ਕੁਝ ਨਹੀਂ। ਉਹਦੇ ਫੇਸ ਵੀ ਡਰੂਪ ਹੋ ਰਿਹਾ ਸੀ, ਉਹਨੂੰ ਆਪ ਨੂੰ ਪਤਾ ਨਹੀਂ, ਉਹਦੇ ਵੀਕਨੈਸ ਵੀ ਹੋ ਰਹੇ ਸੀ, ਲੇਕਿਨ ਉਹਨੂੰ ਆਪ ਨੂੰ ਪਤਾ ਨਹੀਂ ਲੱਗ ਰਿਹਾ ਸੀ, ਉਹਦੀ ਫੈਮਿਲੀ ਨੂੰ ਪਤਾ ਲੱਗ ਰਿਹਾ ਸੀ। ਸੋ ਕਈ ਵਾਰ ਅਗਰ ਇਹ ਲੱਛਣ ਮਾਈਲਡ ਵੀ ਹੋਣ, ਕੋਈ ਹਰਜ ਨਹੀਂ ਚੈੱਕ ਕਰਾਉਣਾ। ਸਾਨੂੰ ਇਹ ਵੀ ਪਤਾ ਵੀ ਕਰੀਬਨ 2 ਤੋਂ 5% ਲੋਕ ਹਸਪੀਟਲ ਚਲੇ ਜਾਂਦੇ ਆ ਜਿਨ੍ਹਾਂ ਨੂੰ ਸਟ੍ਰੋਕ ਨਹੀਂ ਹੁੰਦਾ, ਲੇਕਿਨ ਕਈ ਵਾਰ ਉਹਨਾਂ ਨੂੰ ਇਹੋ ਜਿਹੇ ਲੱਛਣ ਹੁੰਦੇ ਆ। ਸੋ ਬੈਟਰ ਹੈਗੇ ਆ ਵੀ ਆਪਾਂ ਚੈੱਕਅਪ ਕਰਾਈਏ, ਬਜਾਏ ਕਿ ਆਪਾਂ ਘਰ ਰਹੀਏ। ਔਰ ਮੈਂ ਕਿਹਾ ਵੀ ਜਿੰਨਾ ਜਿੰਨਾ ਇਹਦਾ ਡਿਲੇ ਹੁੰਦਾ ਜਾਊਗਾ, ਉਹਨੇ ਨਿਊਰੋਨਸ ਡੈਮੇਜ ਹੋ ਜਾਣੇ। ਜਿਹੜੇ ਨਿਊਰੋਨ ਡੈਮੇਜ ਹੋ ਗਏ ਫਿਰ ਉਹ ਕੰਮ ਕਰਨ ਜੋਗੇ ਨਹੀਂ ਰਹਿੰਦੇ, ਦੂਜੇ ਨਿਊਰੋਨਸ ਨੂੰ ਸਾਨੂੰ ਟੀਚ ਕਰਕੇ ਰੀਹੈਬਿਲਿਟੇਸ਼ਨ ਕਰਨਾ ਪੈਂਦਾ। ਕਈ ਵਾਰ ਖੂਨ ਦੀ ਨਾੜੀ ਹੈ ਨਾ, ਉਹ ਪੂਰੀ ਤਰ੍ਹਾਂ ਬਲੌਕ ਨਹੀਂ ਹੁੰਦੀ, ਮਾੜੀ ਜੀ ਉਹ ਚੁੰਡੀ ਵੜ ਕੇ ਨਾ ਕੁਛ ਵਜ੍ਹਾ ਕਰਕੇ ਤੁਹਾਡੀ ਮੇ ਵੀ ਪਰਮਾਤਮਾ ਦੀ ਮਿਹਰ ਆਪੇ ਖੁੱਲ ਜਾਂਦੀ, ਉਹਨੂੰ ਕਹਿੰਦੇ TIA, ਟ੍ਰਾਂਜ਼ੀਐਂਟ ਇਸਚੈਮਿਕ ਅਟੈਕ। ਲੇਕਿਨ ਉਹ ਵੀ ਆਪਾਂ ਅਣਗੌਲੀ ਨਹੀਂ ਕਰਨੀ, ਆਪਾਂ ਨੂੰ ਇਹ ਬੋਡੀ ਆਲਰੇਡੀ ਸੰਕੇਤ ਦੇ ਰਹੀ ਹੈ ਵੀ ਗਾਂ ਚੱਲ ਕੇ ਤੁਹਾਨੂੰ ਸਟ੍ਰੋਕ ਹੋਣ ਦੇ ਚਾਂਸਸ ਵਧੇਰੇ ਹੋ ਜਾਣੇ ਆ। ਸੋ ਬੈਟਰ ਸੇਫ ਟੂ ਬੀ ਸੌਰੀ। ਹੁਣ ਪ੍ਰੋਬਲਮ ਇਹ ਪਈ ਆ ਵੀ ਪਿਛਲੇ 3-4 ਮਹੀਨੇ ਚ ਲਾਕਡਾਊਨ ਚ ਬਹੁਤ ਲੋਕੀ, ਮੇਰੀ ਡਾਕਟਰ ਫਰੰਟ ਐਂਡ 'ਚ ਕੰਮ ਕਰਦੀ, ਉਹ ਕਹਿੰਦੀ ਵੀ ਹਾਰਟ ਅਟੈਕ ਤੇ ਸਟ੍ਰੋਕ ਵਾਲੇ ਲੇਟ ਆ ਰਹੇ ਆ, ਕਿਉਂਕਿ ਉਹ ਡਰ ਰਹੇ ਆ ਵੀ ਕੀ ਆਪਾਂ ਹਸਪੀਟਲ ਜਾਈਏ ਜਾਂ ਨਾ ਜਾਈਏ, ਕੀ ਸਾਨੂੰ ਉੱਥੇ ਕੋਵਿਡ ਚੰਬੜ ਨਾ ਜਾਊਗਾ। ਨਹੀਂ, ਬਿਲਕੁਲ ਸੇਫ ਹੈ। ਦੇਖੋ ਕੋਵਿਡ ਸਿਰਫ 18-16 ਪੇਸ਼ੈਂਟ ਹੈਗੇ ਹਸਪੀਟਲ 'ਚ, 3-4 ICU 'ਚ ਹੈਗੇ ਆ, ਤੇ ਬਾਕੀ 6000 ਬੈੱਡ ਹੈਗਾ ਤੁਹਾਡੀ ਸੇਵਾ ਵਾਸਤੇ ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਨੇ। ਅਗਰ ਤੁਹਾਡੇ ਲੱਛਣ ਹੈਗੇ, ਐਮਰਜੈਂਸੀ ਜ਼ਰੂਰ ਜਾਣਾ ਚਾਹੀਦਾ 911 ਕਾਲ ਕਰਕੇ। ਲੱਗ ਜਾਂਦਾ, ਜਾਂ ਬਾਂਹ ਨੂੰ ਉੱਪਰ ਨੂੰ ਚੱਕੋ ਤਾਂ ਪਤਾ ਲੱਗ ਜਾਂਦਾ, ਕੋਈ ਇਦਾਂ ਦਾ ਹੈ ਜੀ ਇਹਦਾ ਹਿਸਾਬ? ਦੇਖੋ ਨਾਰਮਲੀ ਆਪਾਂ ਬਾਂਹ ਉੱਤੇ ਰੱਖੀਏ ਤੇ ਬਾਂਹ ਉੱਤੇ ਰਹੂਗੀ ਨਾ, ਕਿਉਂਕਿ ਸਾਡਾ ਮਸਲ ਟੋਨ ਜਿਹੜੀ ਹੈਗੀ ਆ, ਸਾਡਾ ਨਰਵ ਸਿਗਨਲ ਜਿਹੜਾ ਹੈਗਾ ਉਹ ਬਰਕਰਾਰ ਹੈਗਾ। ਜਿਹੜਾ ਸਟ੍ਰੋਕ ਵਾਲਾ, ਕਿਉਂਕਿ ਉਹ ਬ੍ਰੇਨ ਦਾ ਹਿੱਸਾ ਉਹਦਾ ਕੰਮ ਨਹੀਂ ਕਰ ਰਿਹਾ, ਇਸ ਲਈ ਕਈ ਵਾਰ ਉਹਦਾ ਪੈਰ ਵੀ ਜਿਹੜਾ ਹੈਗਾ ਉਹ ਖਲੋਣ ਜੋਗਾ ਨਹੀਂ ਰਹੂਗਾ, ਡਿੱਗ ਜਾਊਗਾ। ਹੱਥ ਜਿਹੜਾ ਹੈਗਾ ਉਹਦਾ ਮਤਲਬ ਨਹੀਂ ਰਹੂਗਾ ਉੱਤੇ, ਡਿੱਗੂਗਾ, ਆਪਣੇ ਕੰਟਰੋਲ 'ਚ ਨਹੀਂ ਰਹੂਗਾ। ਬਹੁਤਾ ਕਰਕੇ ਅਗਰ ਆਪਾਂ ਇਸਚਮਿਕ ਕਹੀਏ, ਇੱਕ ਪਾਸੇ ਦਾ ਹੁੰਦਾ। ਦੇਖੋ ਜਿਹੜਾ ਮੇਰਾ ਨਾ ਰਾਈਟ ਸਾਈਡ ਜਿਹੜਾ ਬ੍ਰੇਨ ਆ, ਉਹ ਮੇਰੇ ਲੈਫਟ ਸਾਈਡ ਬੋਡੀ ਨੂੰ ਫੰਕਸ਼ਨ ਦਿੰਦਾ। ਸੋ ਇੱਕ ਕ੍ਰਿਸ ਕ੍ਰੋਸਿੰਗ ਫਾਈਬਰ ਦੀ ਹੁੰਦੀ ਹੈ ਇੰਟਰਨਲ ਕੈਪਸੂਲ ਬ੍ਰੇਨ ਦੇ ਵਿੱਚ। ਜਦੋਂ ਆਪਾਂ ਮੁਰਦੇ ਕੱਟ ਕੇ ਦੇਖੇ ਸੀ, ਬੜੀ ਪੁਰਾਣੀ ਯਾਦ ਦਿਲਾਤੀ ਤੁਸੀਂ ਸਾਨੂੰ। ਸੋ ਰਾਈਟ ਸਾਈਡ ਆਫ ਦਾ ਬ੍ਰੇਨ ਦੇ ਜਿਹੜੇ ਵਾਇਰਿੰਗ ਆ ਉਹ ਲੈਫਟ ਨੂੰ ਜਾਂਦੀ ਆ, ਲੈਫਟ ਸਾਈਡ ਆਫ ਬ੍ਰੇਨ ਦੀ ਜਿਹੜੀ ਵਾਇਰਿੰਗ ਆ ਰਾਈਟ ਨੂੰ ਜਾਂਦੀ ਆ। ਸੋ ਇਸ ਲਈ ਤੁਹਾਡੀ ਨਾੜੀ ਇੱਥੇ ਬਲੌਕ ਹੋਗੀ, ਲੇਕਿਨ ਸਿੰਪਟਮਸ ਦੂਜੇ ਪਾਸੇ ਹੋਣਗੇ। ਔਰ ਇਹ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਮੈਂ ਫਿਰ ਕਹਿ ਰਿਹਾ ਵੀ ਸੈਕਿੰਡ ਲੀਡਿੰਗ ਕਾਜ਼ ਜਿਹੜਾ ਕੈਨੇਡਾ 'ਚ ਮੌਤ ਦਾ ਹੈਗਾ, ਉਹ ਹੈਗਾ ਸਟ੍ਰੋਕ ਦਾ। ਔਰ ਇਹ ਮਤਲਬ ਅਸੀਂ ਅਵੋਇਡ ਵੀ ਕਰ ਸਕਦੇ ਹਾਂ। ਦੂਜੀ ਗੱਲ ਇਹ ਹੈਗੀ ਆ ਵੀ
ਸਾਡੀ ਏਜਿੰਗ ਪੋਪੂਲੇਸ਼ਨ ਵੀ ਹੈਗੀ ਆ, ਸਾਡੇ ਕਾਫੀ ਲੰਬੇ ਅਰਸੇ ਤੱਕ ਲਾਈਫ ਸਪੈਨ ਹੈਗੀ ਆ, ਔਰ 83 84 ਇਅਰਸ ਲੇਡੀਜ਼ ਦੀ ਹੈਗੀ ਆ, 81 82 ਇਅਰਸ ਬੰਦਿਆਂ ਦੀ ਹੈਗੀ ਆ। ਸੋ ਜਿਉਂ-ਜਿਉਂ ਉਮਰ ਵੱਧਦੀ ਹੈ ਥੋੜਾ ਬਹੁਤ ਵੇਅਰ ਐਂਡ ਟੇਅਰ ਵੀ ਹੁੰਦਾ, ਲੇਕਿਨ ਇਹ ਤੋਂ ਬਚਾਓ ਕਰ ਲਈਏ। ਐਕਟੀਵਿਟੀ ਬਹੁਤ ਜ਼ਰੂਰੀ ਆ, ਵਜਨ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ, ਖਾਣਾ ਜਿਹੜਾ ਹੈਗਾ ਤੁਹਾਡਾ ਇੱਕਦਮ ਕੰਟਰੋਲ 'ਚ ਹੋਣਾ ਚਾਹੀਦਾ, ਬਲੱਡ ਪ੍ਰੈਸ਼ਰ ਔਰ ਡਾਇਬਟੀਜ਼ ਦਾ ਕੰਟਰੋਲ, ਤੇ ਜਿਹੜਾ ਐਕਟੀਵਿਟੀ ਜਿਹੜੀ ਹੈਗੀ ਆ ਉਹ ਬਰਕਰਾਰ ਰੱਖਣੀ ਚਾਹੀਦੀ ਆ। ਡਾਕਟਰ ਸਾਹਿਬ ਇਹਦਾ ਕੋਈ ਟੈਸਟ ਪਹਿਲਾਂ ਹੋ ਸਕਦਾ ਜਿਹਦੇ ਤੋਂ ਪਤਾ ਲੱਗ ਜਾਵੇ ਵੀ ਤੁਸੀਂ ਉਸ ਪਾਸੇ ਨੂੰ ਜਾ ਰਹੇ ਹੋ? ਦੇਖੋ ਕਈ ਫੈਮਲੀਜ਼ 'ਚ ਨਾ ਬ੍ਰੇਨ ਐਨੂਰਿਜ਼ਮ ਹੁੰਦਾ, ਤੁਸੀਂ ਕਈ ਮੂਵੀਜ਼ ਵੀ ਜਿੱਦਾਂ ਅਰਧ ਸੱਤਿਆ ਮੂਵੀ ਸੀ ਜਿਹਦੇ ਅਨੁਪਮ ਖੇਰ ਦੀ ਪਹਿਲੀ ਮੂਵੀ, ਜੀ ਜੀ ਉਹਦੇ ਬੇਟਾ ਅਮਰੀਕਾ 'ਚ ਜਾਂਦਾ ਤੇ ਉਹਨੂੰ ਬ੍ਰੇਨ ਹੈਮਰੇਜ ਹੁੰਦਾ ਨਾ, ਯੰਗ ਹੁੰਦਾ। ਸੋ ਕਈ ਵਾਰ ਸੇ ਐਨੂਰਿਜ਼ਮ ਸਾਡੀ ਫੈਮਲੀਜ਼ 'ਚ ਚੱਲਦੇ ਆ, ਸੋ ਉਦੋਂ ਡਾਕਟਰ ਜਿਹੜਾ ਹੈਗਾ ਤੁਹਾਡਾ ਸਕੈਨਿੰਗ ਕਰੂਗਾ ਸਟ੍ਰੋਕ ਤੋਂ ਪਹਿਲਾਂ ਹੀ ਵੀ ਐਨੂਰਿਜ਼ਮ ਹੈਗਾ ਕਿ ਨਹੀਂ ਹੈਗਾ। ਅਗਰ ਐਨੂਰਿਜ਼ਮ ਨਹੀਂ ਆ ਤਾਂ ਫਿਰ ਕੋਈ ਰਿਸਕ ਨਹੀਂ, ਅਗਰ ਹੈਗਾ ਤੇ ਫਿਰ ਤੁਹਾਡਾ ਰਿਸਕ ਬਣਦਾ ਥੋੜਾ ਬਹੁਤ। ਦੂਜਾ ਜਿਹੜਾ ਹੈਗਾ ਫੈਮਿਲੀ ਹਿਸਟਰੀ, ਅਗੇਨ ਮੋਟਾਪੇ ਦੀ, ਸ਼ੂਗਰ ਦੀ, ਥਾਇਰਾਇਡ ਦੀ, ਬਲੱਡ ਪ੍ਰੈਸ਼ਰ ਦੀ ਇਤਿਆਦਿ। ਤੀਜਾ ਤੁਹਾਡਾ ਲਾਈਫ ਸਟਾਈਲ ਵੀ, ਤੁਸੀਂ ਪਾ ਕੀ ਰਹੇ ਹੋ ਅੰਦਰ, ਮੂੰਹ ਰਾਹੀਂ, ਸਿਗਰਟ ਰਾਹੀਂ, ਸ਼ਰਾਬ ਰਾਹੀਂ ਇਤਿਆਦਿ। ਸੋ ਇਹ ਹੈਗਾ। ਬਾਕੀ ਬਲੱਡ ਟੈਸਟ ਵਿੱਚ ਅਗਰ ਤੁਹਾਡਾ ਕੋਲੇਸਟ੍ਰੋਲ ਠੀਕ ਆ, ਸ਼ੂਗਰ ਠੀਕ ਆ, ਤੁਹਾਡਾ ਬਲੱਡ ਪ੍ਰੈਸ਼ਰ ਠੀਕ ਆ, ਤਾਂ ਡਾਕਟਰ ਹੈਪੀ ਹੁੰਦੇ ਆ। ਲੇਕਿਨ ਏਜ ਦੇ ਹਿਸਾਬ ਦੇ ਨਾਲ ਸਕਰੀਨਿੰਗ ਟੈਸਟ ਕਰਦੇ ਆ। ਉੱਦਾਂ ਦੇਖੋ ਸੀਟੀ ਸਕੈਨ ਜਿਹੜਾ ਹੈਗਾ ਰੇਡੀਏਸ਼ਨ ਹੁੰਦਾ, ਹਰ ਇੱਕ ਬੰਦੇ ਨੂੰ ਅਸੀਂ ਉਹਦੇ ਥਰੂ ਨਹੀਂ ਪਾ ਸਕਦੇ, ਔਰ ਉਹਦੀ ਕੋਈ ਵੈਲਿਡਿਟੀ ਵੀ ਨਹੀਂ ਹੈਗੀ। ਡਾਕਟਰ ਸਾਹਿਬ ਆਖਰ ਦੇ ਵਿੱਚ ਤੁਸੀਂ ਇੱਕ ਵਿੱਚ ਫੈਕਟਰ ਦੱਸਿਆ ਸੀ ਕਿ ਸਟ੍ਰੈਸ ਜਿਹੜੀ ਆ ਉਹ ਵੀ ਇੱਕ ਲੀਡਿੰਗ ਕਾਜ਼ ਹੈਗੀ ਆ। ਆਖਰੀ ਸਵਾਲ, ਉਹ ਸਟ੍ਰੈਸ ਤੋਂ ਕਿੱਦਾਂ ਬਚਿਆ ਜਾ ਸਕਦਾ ਜਾਂ ਉਹਨੂੰ ਮੈਨੇਜ ਕਿੱਦਾਂ ਕੀਤਾ ਜਾ ਸਕਦਾ ਤਾਂ ਕਿ ਸਟ੍ਰੋਕ ਤੋਂ ਬਚਿਆ ਜਾ ਸਕੇ? ਦੇਖੋ ਹਰ ਇੱਕ ਨੂੰ ਕੋਈ ਨਾ ਕੋਈ ਜੀਵਨ ਦੇ ਵਿੱਚ ਸਮੱਸਿਆ ਹੁੰਦੀ, ਪਰੇਸ਼ਾਨੀ ਹੁੰਦੀ ਆ, ਔਰ ਅਸੀਂ ਗਰੋ ਵੀ ਹੁੰਦੇ ਆ ਪਰੇਸ਼ਾਨੀਆਂ ਦੇ ਨਾਲ ਜੂਝ ਕੇ। ਜਦੋਂ ਉਹਨੂੰ ਓਵਰਕਮ ਕਰਦੇ ਆ, ਉਹਦੇ ਨਾਲ ਕੀ ਹੁੰਦਾ ਵੀ ਸਾਡਾ ਜਿਹੜਾ ਨਾ ਐਡਰੀਨਲ ਰਿਸਪੌਂਸ ਜਿਹੜਾ ਹੈਗਾ ਉਹ ਜ਼ਿਆਦਾ ਐਂਪਲੀਫਾਈ ਹੋ ਜਾਂਦਾ। ਜਿਹੜੇ ਗੁਰਦਿਆਂ ਦੇ ਉੱਤੇ ਐਡਰੀਨਲ ਗਲੈਂਡ ਦੇ ਉੱਤੇ ਐਡਰੀਨਲਿਨ, ਨੌਰ ਐਡਰੀਨਲਿਨ ਰਿਲੀਜ਼ ਹੋਣੀ ਸ਼ੁਰੂ ਹੋ ਜਾਂਦੀ, ਉਹ ਖੂਨ ਦੀ ਨਾੜੀਆਂ ਨੂੰ ਹੋਰ ਟਾਈਟ ਕਰਨੀ ਸ਼ੁਰੂ ਕਰ ਦਿੰਦੇ। ਦੇਖੋ ਤੁਹਾਡੀ ਖੂਨ ਦੀ ਨਾੜੀ ਜਿਹੜੀ ਲੈਟਸ ਸੇ ਵੀ 70% ਬਲੌਕ ਸੀ, ਉਹ ਹੋਰ ਬਲੌਕੇਜ ਨੂੰ ਜ਼ਿਆਦਾ ਕਰ ਦੋਗੇ। ਸੋ ਉਹਨੂੰ ਰਿਲੀਵ ਕਰਨ ਵਾਸਤੇ ਜਿਹੜਾ ਡੀਪ ਬਰੀਥਿੰਗ ਆ, ਜਿਹਦੇ ਵਿੱਚ ਸਾਡੀ ਗੁਰਬਾਣੀ ਵੀ ਕਹਿੰਦੀ ਆ ਵੀ ਸਿਮਰੋ ਸਿਮਰ ਸਿਮਰ ਸੁਖ ਪਾਓ, ਕਾਲ ਕਲੇਸ਼ ਤਨ ਮੇ ਮਿਟਾਓ। ਸੋ ਪਰਮੇਸ਼ਵਰ ਦੇ ਨਾਮ ਦਾ ਸਿਮਰਨ, ਉਹਦਾ ਆਰਾਧਨਾ ਔਰ ਬਰੀਥਿੰਗ ਦੇ ਨਾਲ ਕੰਟਰੋਲ ਕਰਨਾ। ਜਦੋਂ ਸਾਹ ਲੈਂਦੇ ਆ ਉਦੋਂ ਕਹਿਣਾ ਵਾਹੇ, ਜਦੋਂ ਬਾਅਦ ਗੁਰੂ। ਇਹ ਆਪਾਂ ਬਰੀਥਿੰਗ ਜਿਹੜੀ ਹੈਗੀ ਆ ਉਹਦੇ ਨਾਲ, ਇਹ ਮਨ ਦੇ ਵਿੱਚ ਕਰਨਾ, ਮਨ ਮੇ ਸਿਮਰਨ ਕਰਿਆ, ਸਿਮਰਨ ਮਨ ਦੇ ਵਿੱਚ ਹੁੰਦਾ। ਸੋ ਆਪਾਂ ਮਨ ਦੇ ਨਾਲ, ਆਪਣੇ ਮਨ ਦੇ ਵਿੱਚ ਉਹ ਕਹਿਣਾ ਸਾਊਂਡ ਦੇ ਨਾਲ, ਔਰ ਬਰੀਥਿੰਗ ਜਿਹੜੀ ਹੈਗੀ ਆ ਡੀਪ ਬਰੀਥਿੰਗ ਰੱਖਣੀ ਆ। ਅਗਰ ਤੁਹਾਨੂੰ ਪਰੇਸ਼ਾਨੀ ਹੈ ਤੁਸੀਂ ਡਿਸਕਸ ਕਰੋ, ਕਿਸੇ ਦੇ ਨਾਲ ਗੱਲ ਕਰੋ, ਤੁਹਾਡੇ ਪਾਰਟਨਰ ਦੇ ਨਾਲ, ਤੁਹਾਡੇ ਬਜ਼ੁਰਗਾਂ ਦੇ ਨਾਲ, ਤੁਹਾਡੇ ਦੋਸਤ ਮਿੱਤਰਾਂ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ। ਜਦੋਂ ਗੱਲ ਕਹਿ ਦਈਏ ਅੱਧਾ ਟ੍ਰੀਟਮੈਂਟ ਤਾਂ ਉੱਥੇ ਹੋ ਜਾਂਦਾ। ਦੂਜਾ ਤੁਸੀਂ ਆਪ ਆਰਟ ਡਿਵੈਲਪ ਕਰੋ ਡੀਪ ਲਿਸਨਿੰਗ ਦੀ। ਅਗਰ ਅਗਲਾ ਬੰਦਾ ਤੁਹਾਨੂੰ ਕਹਿ ਰਿਹਾ, ਉਹਨੂੰ ਬਹੁਤ ਡੀਪਲੀ ਸੁਣੋ, ਏਦਾਂ ਨਾ ਲੱਗੇ ਉਹਨੂੰ ਵੀ ਹਾਂ ਬਈ ਉਦਾਂ ਹੀ ਮਤਲਬ ਸਰਸਰੀ ਜਿਹੀ ਮੇਰੀ ਗੱਲ ਸੁਣ ਰਹੇ ਹੋ, ਕਿਉਂਕਿ ਅਗਲੇ ਨੂੰ ਫਿਰ ਹਰਟ ਹੋਊਗਾ। ਅਗਲਾ ਜਿਹੜਾ ਜੋ ਤੁਹਾਨੂੰ ਦੱਸ ਰਿਹਾ ਉਹਨੂੰ ਡੀਪਲੀ ਸੁਣੋ। ਤੀਜੀ ਗੱਲ ਹੈਗੀ ਆ ਵੀ ਨੀਂਦ ਬਹੁਤ ਇੰਪੋਰਟੈਂਟ ਹੈ। ਅਗਰ ਨੀਂਦ ਨਹੀਂ ਤੁਹਾਡੀ ਠੀਕ ਤੇ ਸਾਰਾ ਆਊਟ ਆਫ ਕੰਟਰੋਲ ਹੁੰਦਾ। 7 ਘੰਟੇ ਘੱਟ ਤੋਂ ਘੱਟ ਨੀਂਦ ਚਾਹੀਦੀ ਆ। ਔਰ ਸਰਬ ਰੋਗ ਕਾ ਔਖਦ ਨਾਮ, ਫਿਰ ਮੈਂ ਕਹੂੰਗਾ ਹਰ ਇੱਕ ਚੀਜ਼ ਦਾ ਜਿਹੜੀ ਦਵਾਈ ਜਿਹੜੀ ਹੈਗੀ ਉਹ ਪਰਮੇਸ਼ਵਰ ਦਾ ਨਾਮ ਹੈਗਾ। ਕਿਉਂਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਸਾਰੀ ਸ੍ਰਿਸ਼ਟੀ ਉਸ ਤੋਂ ਓਰੀਜਨੇਟ ਹੁੰਦੀ ਆ, ਅਸੀਂ ਤਾਂ ਕੁਛ ਵੀ ਨਹੀਂ ਹੈਗੇ। ਜਦੋਂ ਧਰਤੀ ਤੁਸੀਂ ਦੇਖੋ ਨਾ ਚੰਦਰਮਾ ਤੋਂ ਜਾ ਕੇ ਤੇ ਇੱਕ ਨੀਲਾ ਜਿਹਾ ਗੋਲਾ ਨਜ਼ਰ ਆਉਂਦਾ, ਥੋੜਾ ਜਿਹਾ ਬਾਹਰ ਪ੍ਰੋਬ ਚਲਾ ਜਾਏ ਨਾ ਧਰਤੀ ਨਜ਼ਰ ਹੀ ਨਹੀਂ ਆਉਂਦੀ। ਉਹਦੇ 'ਚ ਅਸੀਂ ਬੈਠੇ ਹਾਂ, ਅਸੀਂ ਆਪਣੇ ਆਪ ਨੂੰ ਫੰਨੇ ਖਾਨ ਸਮਝੀ ਜਾਂਦੇ ਹਾਂ ਵੀ ਸਾਡੇ ਵਰਗਾ ਕੋਈ ਨਹੀਂ ਹੈਗਾ। ਸਾਡੀ ਹੋਂਦ ਇੱਕ ਰੇਤ ਦੇ ਕਣਕੇ ਜਿੰਨੀ ਨਹੀਂ ਹੈਗੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਹੀ ਜੋਤ ਸਰੂਪ ਹੈਗਾ, ਤੂੰ ਹੀ ਸਭ ਕੁਝ ਹੈਗਾ। ਤੂੰ ਆਪਣੇ ਆਪ ਕਰ ਸਕਦਾ, ਲੇਕਿਨ ਆਪਣੇ ਆਪ ਨੂੰ ਪਰਮੇਸ਼ਵਰ ਦੇ ਅੱਗੇ ਸਰੈਂਡਰ ਕਰਨਾ ਚਾਹੀਦਾ। ਗੁਰ ਕੀ ਮੱਤ ਤੂੰ ਲੈ ਯਾਨੀ ਭਗਤ ਬਿਨਾ ਹੋ ਡੂਬੇ ਸਿਆਣੇ। ਇੱਥੇ ਇੰਟੈਲੀਜੈਂਸ ਨਹੀਂ ਕੰਮ ਕਰਨੀ, ਸਿਆਣਪ ਨਹੀਂ ਕੰਮ ਕਰਨੀ, ਇੱਥੇ ਕੰਮ ਕਰਨੀ ਤੁਹਾਡੀ ਸ਼ਰਧਾ, ਭਾਵਨਾ, ਪ੍ਰੇਮ ਔਰ ਭਗਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਦੋਸਤੋ ਇਹ ਸਨ ਡਾਕਟਰ ਪ੍ਰਗਟ ਸਿੰਘ ਭੁਰ ਜੀ, ਇਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਬਹੁਤ ਵਿਸਥਾਰ ਦੇ ਵਿੱਚ ਉਹਨਾਂ ਨੇ ਸਟ੍ਰੋਕ ਬਾਰੇ ਦੱਸਿਆ।
ਇੱਕ ਮੁੱਢਲੀ ਜਿਹੜੀ ਜਾਣਕਾਰੀ ਸੀ ਉਹ ਸਾਡੇ ਨਾਲ ਸਾਂਝੀ ਕੀਤੀ। ਅਗਲੀ ਵਾਰੀ ਅਸੀਂ ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਇਹਦੇ ਵਿਸਥਾਰ ਬਾਰੇ, ਹੋਰ ਕਿਹੜੀਆਂ ਗੱਲਾਂ ਨਾਲ ਬਚਾਅ ਕੀਤਾ ਜਾ ਸਕਦਾ, ਮੈਡੀਸਨ ਕਿਹੜੀ ਹੁੰਦੀ ਆ, ਇਲਾਜ ਕੀ ਆ ਇਹਦਾ, ਉਹ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਅਗਲੇ ਪ੍ਰੋਗਰਾਮ ਵਿੱਚ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਣਾ ਨਾਲ ਕਰਾਂਗੇ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।